ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਦੇ ਉੱਪਰ ਲੱਖਾਂ ਹੀ ਪੀਰ ਪੈਗੰਬਰ ਹੋਏ ਨੇ। ਉਹਨਾਂ ਦੇ ਵਿੱਚੋਂ ਹੀ ਕੁਝ ਫਕੀਰ ਐਸੇ ਵੀ ਹੋਏ ਨੇ ਜਿਨ੍ਹਾਂ ਦੇ ਬੋਲੇ ਬਚਨ ਕਦੇ ਖਾਲੀ ਨਹੀਂ ਜਾਂਦੇ, ਜਿਵੇਂ ਆਪਾਂ ਜਿਨ੍ਹਾਂ ਨੂੰ ਫਕਰ ਕਹਿ ਦਿੰਦੇ ਹਾਂ। ਉਹਨਾਂ ਦੇ ਵਿੱਚੋਂ ਹੀ ਇੱਕ ਹਨ ਬਾਬਾ ਰੋਡੂ ਜੀ। ਕੌਂਕੇ ਕਲਾਂ ਪਿੰਡ ਦੇ ਵਿੱਚ ਇਹ ਬਾਲ ਅਵਸਥਾ 'ਚ ਇੱਥੇ ਆਏ ਔਰ ਇੱਥੇ ਆ ਕੇ ਉਹਨਾਂ ਨੇ ਵਚਨ ਕਰਕੇ ਜਿੱਥੇ ਆਪਣਾ ਇੱਥੇ ਹੀ ਸਮਾਧੀ ਲਾ ਲਈ, ਉੱਥੇ ਹੀ ਇਹਨਾਂ ਨੇ ਭਗਤੀ ਵੀ ਕੀਤੀ, ਇੱਥੇ ਹੀ ਇਹ ਪੂਰਨ ਤੌਰ ਤੇ ਆਪਣੇ ਆਪ ਨੂੰ ਇਹਨਾਂ ਨੇ ਸਮਰਪਿਤ ਕਰਤਾ। ਇਹ ਜਗ੍ਹਾ ਜਿਹੜਾ ਤੁਸੀਂ ਅੱਜ ਪਿੱਛੇ ਦੇਖ ਰਹੇ ਹੋ ਬਾਬਾ ਰੋਡੂ ਜੀ ਦੀ ਹੈ ਔਰ ਬਾਬਾ ਰੋਡੂ ਜੀ ਹਰ ਸਾਲ ਇੱਥੇ ਮੇਲਾ ਲੱਗਦਾ ਹੈ। ਪਰ ਇੱਥੇ ਜਿਹੜੀ ਅਨੋਖੀ ਇੱਕ ਗੱਲ ਹੈ, ਕਿਉਂਕਿ ਮੇਲੇ ਹੋਰ ਵੀ ਕਈ ਲੱਗਦੇ ਹਨ, ਪਰ ਇਸ ਕੋਵਿਡ ਕਰਕੇ ਜਿੱਥੇ ਵਿਆਹਾਂ ਦਾ ਚਾਹੇ ਭੋਗਾਂ ਦਾ ਹੋਵੇ ਚਾਹੇ ਹੋਰ ਟੂਰਨਾਮੈਂਟਾਂ ਦਾ ਹੋਵੇ, ਜਿੱਥੇ ਰੰਗ ਫਿੱਕਾ ਪਿਆ ਉੱਥੇ ਹੀ ਕੁਝ ਅੱਜ ਮੇਲੇ ਦਾ ਵੀ ਇਸ ਤਰ੍ਹਾਂ ਹੀ ਦੇਖਣ ਨੂੰ ਲੱਗਦਾ ਹੈ। ਕਿਉਂਕਿ ਕੋਵਿਡ ਕਰਕੇ ਸਰਕਾਰ ਦੀਆਂ ਹਦਾਇਤਾਂ ਦੇ ਕਰਕੇ ਜਿੱਥੇ ਲੋਕ ਇਸ ਦੀ ਜਿੱਥੇ ਇਹ ਲੋਕ ਇਸ ਦੀ ਪੈਰਵਾਈ ਕਰ ਰਹੇ ਹਨ ਵੀ ਜ਼ਿਆਦਾ ਇਕੱਠ ਨਹੀਂ ਹੋਣਾ ਚਾਹੀਦਾ, ਸੇਫ ਡਿਸਟੈਂਸ ਰਹਿਣਾ ਚਾਹੀਦਾ ਔਰ 6 ਫਿਟ ਦਾ ਰਹਿਣਾ ਚਾਹੀਦਾ, ਉੱਥੇ ਹੀ ਸੈਨਾਟਾਈਜ਼ਰ ਯੂਜ਼ ਮਾਸਕ ਯੂਜ਼ ਕਰਨਾ ਚਾਹੀਦਾ, ਵੀ ਭਾਰੀ ਇਕੱਠ ਨਹੀਂ ਹੋਣਾ ਚਾਹੀਦਾ, ਉੱਥੇ ਹੀ ਇੱਥੇ ਵੀ ਦੇਖਣ ਨੂੰ ਮਿਲਿਆ। ਕਿਉਂਕਿ ਇੱਕ ਐਸੀ ਜਗ੍ਹਾ ਹੈ ਬਾਬਾ ਰੋਡੂ ਸ਼ਾਹ ਜੀ ਦੀ ਜਿੱਥੇ ਪ੍ਰਸ਼ਾਦ ਦੇ ਨਾਂ 'ਤੇ ਸ਼ਰਾਬ ਚੜ੍ਹਦੀ ਹੈ ਔਰ ਭਗਤ ਆਪਣੇ ਆਪਣੇ ਕੋਈ ਪੇਟੀ ਲੈ ਕੇ ਆਉਂਦਾ ਹੈ, ਕੋਈ ਬੋਤਲ ਲੈ ਕੇ ਆਉਂਦਾ, ਕੋਈ ਜਿੰਨੀ ਜਿਹਦੀ ਸ਼ਰਧਾ ਹੈ ਉਸ ਤਰੀਕੇ ਨਾਲ ਉਹ ਆਪਣੇ ਕੰਨਿਓ ਪ੍ਰਸ਼ਾਦ ਦੇ ਤੌਰ ਤੇ ਲੈ ਕੇ ਆਉਂਦੇ ਹਨ ਔਰ ਉਹ ਇੱਥੇ ਸ਼ਰਾਬ ਚਾੜੀ ਜਾਂਦੀ ਹੈ। ਬਾਬਾ ਜੀ ਦਾ ਮੱਥਾ ਟੇਕ ਕੇ ਸ਼ਰਾਬ ਦਾ ਲੰਗਰ ਵਰਤਾਇਆ ਜਾਂਦਾ ਹੈ। ਪਰ ਇਸ ਕੋਵਿਡ ਦੇ ਚੱਲਦੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਆਪਣਾ ਰੋਲ ਬੜੀ ਬਾਖੂਬੀ ਨਿਭਾਇਆ ਹੈ, ਕਿਉਂਕਿ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਵੀ ਤੁਸੀਂ, ਕਿਉਂਕਿ ਪਹਿਲਾਂ ਜੇ ਪ੍ਰਬੰਧਕਾਂ ਤੋਂ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਵੀ ਇੱਥੇ ਪਹਿਲਾਂ ਮੇਲੇ ਦੀ ਪਰਮਿਸ਼ਨ ਨਹੀਂ ਮਿਲ ਰਹੀ ਸੀ, ਪਰ ਉਹ ਸ਼ਰਧਾ ਹੋਣ ਮੁਤਾਬਕ ਕਰਕੇ, ਕਿਉਂਕਿ ਉਹ ਕਹਿੰਦੇ ਵੀ ਲੋਕਾਂ ਨੇ ਨਹੀਂ ਰੁਕਣਾ, ਉਹ ਕਹਿੰਦੇ ਪਰ ਚਲੋ ਕੁਝ ਸ਼ਰਤਾਂ ਦੇ ਨਾਲ ਅਸੀਂ ਤੁਹਾਨੂੰ ਇਹ ਪਰਮਿਸ਼ਨ ਦੇ ਸਕਦੇ ਹਾਂ, ਜਿਸ ਦੇ ਵਿੱਚ ਵੀ ਜ਼ਿਆਦਾ ਇਕੱਠ ਨਹੀਂ ਹੋਏਗਾ, ਸੇਫ ਡਿਸਟੈਂਸ ਦਾ ਧਿਆਨ ਰੱਖਿਆ ਜਾਏਗਾ, ਜਿਹਦੇ 'ਚ ਮਾਸਕ ਹੋ ਗਿਆ, ਸੈਨਾਟਾਈਜ਼ਰ ਇਹ ਵੀ ਯੂਜ਼ ਕੀਤਾ ਜਾਏਗਾ ਔਰ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਪੂਰੀਆਂ ਵੀ ਭਾਰੀ ਇਕੱਠ ਨਹੀਂ ਕੀਤਾ ਜਾਏਗਾ। ਇਸ ਨੂੰ ਮੰਨਦੇ ਹੋਏ ਇਹ ਮੇਲਾ ਆਰੰਭ ਕੀਤਾ ਗਿਆ ਹੈ ਔਰ ਅੱਜ ਇਸ ਪਿੰਡ ਦੇ ਵਿੱਚ ਸ਼ਾਮ ਤੱਕ ਇੱਥੇ ਭਾਰੀ ਰੌਣਕਾਂ ਲੱਗਣਗੀਆਂ। ਠੀਕ ਹੈ ਵੀ ਜੇ ਆਪਾਂ ਪਿਛਲੇ ਕਈ ਸਾਲਾਂ ਤੋਂ ਦੇਖਿਆ ਉਸ ਤਰ੍ਹਾਂ ਦੀਆਂ ਰੌਣਕਾਂ ਨਹੀਂ ਲੱਗਣਗੀਆਂ, ਪਰ ਅੱਜ ਫਿਰ ਵੀ ਲੋਕਾਂ ਦਾ ਉਤਸ਼ਾਹ ਬਹੁਤ ਹੈ। ਕਿਉਂਕਿ ਜਦੋਂ ਆਪਾਂ ਕਿਸੇ ਜਗ੍ਹਾ ਦੇ ਉੱਪਰ ਆਪਾਂ ਆਪਣੀ ਕੋਈ ਮਾਨਤਾ ਹੋਵੇ ਉਸ ਜਗ੍ਹਾ ਦੇ ਉੱਪਰ ਆਪਾਂ ਆਉਣਾ ਚੰਗਾ ਸਮਝਦੇ, ਕਿਉਂਕਿ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ ਉਹਨਾਂ ਨੇ ਆਪਣੀਆਂ ਮਾਨਤਾਵਾਂ ਵੀ ਪੂਰੀਆਂ ਕਰਨੀਆਂ, ਉਹਨਾਂ ਨੇ ਸੁੱਖ ਮੰਗੀ ਉਹਨੂੰ ਚੜਾਉਣਾ ਵੀ ਹੁੰਦਾ ਹੈ। ਔਰ ਇੱਥੇ ਕੁਝ ਲੋਕ ਹਨ, ਅਸੀਂ ਉਹਨਾਂ ਤੋਂ ਪੁੱਛਦੇ ਹਾਂ ਵੀ ਤੁਸੀਂ ਇੱਥੇ ਆਏ ਹੋ ਔਰ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਹੈ। ਹਾਂਜੀ, ਅਸੀਂ ਕੁਝ ਲੋਕਾਂ ਤੋਂ ਪੁੱਛਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ ਜੀ ਤੁਹਾਡਾ? ਹਰਪ੍ਰੀਤ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਅਸੀਂ ਛੀਨੀਵਾਲ ਕਲਾਂ ਤੋਂ ਜੀ। ਤੇ ਕੀ ਤੁਸੀਂ ਇੱਥੇ ਬਾਬਾ ਰੋਡੂ ਜੀ ਦੀ ਜਗ੍ਹਾ ਜਿਹੜੀ ਹੈਗੀ, ਕੀ ਇੱਥੇ ਦੀ ਮਹਾਨਤਾ ਔਰ ਕੀ ਤੁਸੀਂ ਮੰਨਦੇ ਹੋ? ਮਹਾਨਤਾ ਦੀ ਬਾਬਾ ਜੀ ਦੀ ਵਰਸੀ ਆ ਜੀ, ਤੇ ਵਰਸੀ ਤੇ ਹਰ ਵਾਰ ਸੁੱਖਾਂ ਪੂਰੀਆਂ ਹੁੰਦੀਆਂ, ਤੇ ਬਾਕੀ ਸਾਰੀ ਸੰਗਤ ਦੀ ਸ਼ਰਧਾ ਗੀ। ਬਾਕੀ ਕੋਵਿਡ-19 ਚੱਲਦਿਆਂ ਕਰਕੇ ਤੇ ਪ੍ਰਬੰਧ ਬਹੁਤ ਵਧੀਆ ਕਰਿਆ ਹੋਇਆ, ਸੇਵਾਦਾਰਾਂ ਦਾ ਪ੍ਰਬੰਧ ਪੂਰਾ ਵਧੀਆ ਕਰਿਆ ਹੋਇਆ, ਸਹੀ ਆ, ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਹੋਇਆ। ਤੇ ਪ੍ਰਸ਼ਾਦ ਦੇ ਤੌਰ ਤੇ ਜਿਵੇਂ ਪ੍ਰਸ਼ਾਦ ਦੇ ਤੌਰ ਤੇ ਦੇਖਿਆ ਜਾਂਦਾ ਵੀ ਆਮ ਆਪਾਂ ਦੇਖਿਆ ਜਾਂਦਾ ਗੁਰਦੁਆਰੇ ਵਿੱਚ ਕੋਈ ਪਤਾਸੇ ਦਾ ਹੁੰਦਾ, ਕੋਈ ਦੇਗ ਤਿਆਰ ਕੀਤੀ ਜਾਂਦੀ ਆ, ਕਿਤੇ ਲੰਗਰ, ਕਿਤੇ ਕਿਤੇ ਇੱਥੇ ਇੱਕ ਵੱਖਰੀ ਮਾਨਤਾ ਦੇਖਣ ਨੂੰ ਮਿਲੀ ਹੈ ਵੀ ਇੱਥੇ ਸ਼ਰਾਬ ਚੜਾਈ ਜਾਂਦੀ ਹੈ। ਇਹਦਾ ਕੀ ਮਹੱਤਵ, ਤੁਸੀਂ ਇਹਨੂੰ ਕੀ ਚੰਗਾ ਸਮਝਦੇ ਹੋ ਜਾਂ ਕੀ ਇਹਨੂੰ ਸਮਝਦੇ? ਇਹ ਜੀ ਪਹਿਲੇ ਹੀ ਸਿਆਣਿਆਂ ਦਾ ਪਹਿਲੇ ਹੀ ਸਾਡਾ ਇਹ ਵੀ ਸੁੱਖਾਂ ਪੂਰੀਆਂ ਹੁੰਦੀਆਂ ਇੱਥੇ ਜੀ, ਬਾਬਾ ਜੀ ਦੀ ਪਹਿਲੇ ਦਿਨੋਂ ਹੀ ਉਹ ਹੈ ਜੀ ਇੱਥੇ। ਤੁਸੀਂ ਹਰ ਸਾਲ ਆਉਂਦੇ ਹੋ? ਹਾਂਜੀ ਹਾਂਜੀ ਹਾਂਜੀ। ਹਾਂਜੀ, ਤੁਹਾਡਾ ਨਾਮ ਜੀ? ਮੇਰਾ ਨਾਮ ਹਰਜਿੰਦਰ ਸਿੰਘ ਭੋਲਾ। ਤੇ ਕੀ ਤੁਸੀਂ ਇੱਥੇ ਕਮੇਟੀ ਮੈਂਬਰ ਹੋ ਜੀ? ਹਾਂਜੀ। ਤੇ ਕੀ ਇੱਥੇ ਆਪਣੇ ਜਿਹੜੀ ਇਸ ਜਗ੍ਹਾ ਦੀ ਮਹਾਨਤਾ ਕੀ ਆ ਜੀ? ਇਹਦੀ ਮਹਾਨਤਾ ਜੀ, ਬਾਬਾ ਜੀ ਇੱਥੇ ਲਹਿਣੇ ਕਾ ਪਰਿਵਾਰ ਹੋਇਆ, ਉਹਨਾਂ ਦੇ ਰਾਮਤਾ ਸਾਧੂ ਆ ਗਏ, ਛੋਟੀ ਜਿਹੀ ਉਮਰ 'ਚ ਆ ਗਏ, ਇਹਨਾਂ ਦੇ ਘਰੇ ਰਹਿਣ ਲੱਗੇ। ਮਾਤਾ ਦੇ ਇਹਨਾਂ ਦੀ ਕੋਈ ਔਲਾਦ ਹੈ ਨਹੀਂ ਸੀ ਤੇ ਉਦਾਸ ਰਹਿੰਦੇ ਜੀ ਮਾਤਾ ਜੀ। ਤੇ ਇੱਕ ਦਿਨ ਉਹ ਬਾਬਾ ਜੀ ਨੇ ਪੁੱਛਿਆ ਮਾਤਾ ਜੀ ਨੂੰ ਵੀ ਕੀ ਤੁਹਾਡੀ ਉਦਾਸੀ ਦਾ ਕਾਰਨ? ਉਹ ਕਹਿੰਦੀ ਵੀ ਮੇਰੇ ਕੋਈ ਬੱਚਾ ਨਹੀਂ ਹੈਗਾ। ਉਹ ਕਹਿੰਦੇ ਮਾਤਾ ਦਾਸ ਨਾ ਹੋ, ਤੇਰੇ 7 ਪੁੱਤ ਹੋਣਗੇ, 7 ਦੇ 2-2 ਵਿਆਹ ਹੋਣਗੇ, ਤੇ 1.25 ਕਿਲੋ ਤੇਰਾ ਤੌੜੀ 'ਚ ਨੂਣ ਪਿਆ ਕਰੂ ਦਾਲ 'ਚ, ਵੀ ਐਡਾ ਤੇਰਾ ਪਰਿਵਾਰ ਵਧੂ ਫੁੱਲੂ। ਉਸੇ ਦਿਨ ਤੋਂ ਜੀ ਫਿਰ ਮਾਤਾ ਦੇ 7 ਪੁੱਤ ਹੋਏ, 7 ਦੇ 2-2 ਵਿਆਹ ਹੋਏ, ਪੂਰਾ ਲਹਿਣੇ ਕਾ ਪਰਿਵਾਰ ਅੱਜ ਇੱਥੇ ਕੌਂਕੇ ਕਲਾਂ ਸਥਿਤ ਆ, ਪੂਰਾ ਵੱਡਾ ਪਰਿਵਾਰ ਆ। ਤੇ ਜਿਹੜੀ ਇਹ ਪ੍ਰਸ਼ਾਦ ਦੇ ਤੌਰ ਤੇ ਜੇ ਦੇਖਿਆ ਜਾਵੇ ਜਿਵੇਂ ਸ਼ਰਾਬ ਚੜ੍ਹਦੀ ਆ, ਇਹ ਕਿੱਦਾਂ ਰੀਤ ਚੱਲੀ ਜੀ? ਇਹ ਰੀਤ ਜੀ ਪਹਿਲਾਂ ਬਾਬਾ ਜੀ ਦੀ ਚੱਲੀ ਆਉਂਦੀ ਆ, ਉਹ ਛਕਦੇ ਸੀਗੇ, ਛਕ ਕੇ ਹੀ ਭਗਤੀ ਕਰਦੇ ਸੀਗੇ। ਤੇ ਜਿਵੇਂ ਫਕੀਰਾਂ ਦੀ ਮੌਜ। ਹਾਂਜੀ, ਜਿਵੇਂ ਫਕੀਰਾਂ ਦੀ ਪਹੁੰਚ 1.25 ਲੱਖ ਬੋਤਲ ਉਹ ਕਹਿੰਦੇ ਪੂਰੀ ਹੋ ਗਈ। ਜਿੱਦਾਂ ਉਹਨਾਂ ਨੇ ਸਰੀਰ ਛੱਡਿਆ ਤਾਂ ਇੱਕ ਬੋਤਲ ਲੈ ਕੇ ਆ ਗਿਆ ਭਗਤ ਕੋਈ ਬਾਬਾ ਜੀ ਦਾ,
ਉਹ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਤੇਰੀ ਇਹ ਜਿਹੜੀ ਬੋਤਲ ਆ ਦਰਗਾਹ 'ਚ ਮਨਜ਼ੂਰ ਹੋ ਗਈ ਵੀ ਸਾਨੂੰ ਪੀਣ ਦਾ ਹੁਕਮ ਨਹੀਂ। ਉਹਨਾਂ ਦਾ ਪਰਿਵਾਰ ਅੱਜ ਬੱਸ ਦਾ ਰਸਦਾ ਉਹਨਾਂ ਦਾ ਪਰਿਵਾਰ। ਤੁਸੀਂ ਜਿਹੜੇ ਪਰਿਵਾਰ ਦੀ ਇਹ ਗੱਲ ਕਰਦੇ ਤੁਸੀਂ ਉਸ ਪਰਿਵਾਰ ਚੋਂ? ਹਾਂਜੀ ਉਸ ਪਰਿਵਾਰ ਚੋਂ। ਕੀ ਸ਼ੁਭ ਨਾਮ ਜੀ ਆਪਣਾ? ਮੇਰਾ ਪ੍ਰੀਤਮ ਸਿੰਘ ਬਿੱਲੂ। ਤੇ ਆਪਣੇ ਤੁਸੀਂ ਜਿਵੇਂ ਤੁਹਾਡੇ ਤਾਂ ਚਲੋ ਪਰਿਵਾਰ ਦੇ ਵਿੱਚ ਤੁਸੀਂ ਤਾਂ ਨਹੀਂ ਸੇਵਾ ਕਰਦੇ ਰਹੇ, ਤੁਹਾਨੂੰ ਵਚਨ ਹੋਇਆ ਜੀ, ਤੁਸੀਂ ਇਸ ਜਿਹੜੀ ਚੀਜ਼ ਨੂੰ ਕੀ ਮੰਨਦੇ ਹੋ ਵੀ ਜਿਹੜੀ ਬਾਬਾ ਜੀ ਦੇ ਇੱਥੇ ਸ਼ਰਾਬ ਚੜ੍ਹਦੀ ਜਾਂ ਇੰਨੀ ਮਹਾਨਤਾ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ, ਔਰ ਕਦੋਂ ਤੋਂ ਹੁੰਦੀਆਂ, ਕਿੰਨੇ ਸਾਲ ਹੋ ਗਏ ਇਸ? ਇਹ ਘੱਟ ਤੋਂ ਘੱਟ 60-70 ਸਾਲ ਹੋ ਗਏ ਜੀ। ਮਹਾਰਾਜ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ, ਲੋਕ ਆਈ ਜਾਂਦੇ ਆ, ਜੋ ਵੀ ਮਨੋਕਾਮਨਾ ਲੈ ਕੇ ਆਉਂਦਾ ਪੂਰੀਆਂ ਹੁੰਦੀਆਂ। ਤੇ ਹਰ ਸਾਲ ਜਿਵੇਂ ਆਪਾਂ ਇਕੱਠ ਦੇ ਜੇ ਦੇਖਿਆ ਜਾਵੇ, ਆਪਾਂ ਇਕੱਠ ਦੀ ਗੱਲ ਕੀਤੀ ਜਾਵੇ, ਕਿਉਂਕਿ ਇਹ ਕੋਵਿਡ-19 ਚੱਲ ਰਿਹਾ ਜਿਹਦੇ ਵਿੱਚ ਕਿਹਾ ਜਾਂਦਾ ਜੀ ਵੀ ਇਹ ਜਿਹੜੀ ਬਿਮਾਰੀ ਆ ਇਹਦੇ ਵਿੱਚ ਭਾਰੀ ਇਕੱਠ ਨਹੀਂ ਕਰਨਾ ਆਪਾਂ, ਜਾਂ ਇਹਦੇ ਵਿੱਚ ਸਾਵਧਾਨੀਆਂ ਵਰਤਣੀਆਂ। ਤੁਸੀਂ ਇਹਦੇ ਵਿੱਚ ਕੀ ਸਾਵਧਾਨੀਆਂ ਵਰਤੀਆਂ ਔਰ ਕਿਵੇਂ ਇਸ ਨੂੰ ਮੈਨੇਜ ਕਿਵੇਂ ਕਰ ਰਹੇ ਹੋ? ਇਹ ਤਾਂ ਕਾਨੂੰਨ ਨੇ ਦੱਸਿਆ ਜਿਵੇਂ ਉਹ ਸਾਹਮਣੇ ਕਰੀ ਜਾਂਦੇ ਆ ਅਸੀਂ। ਉਹ ਤਾਂ ਜੀ ਕਿਉਂਕਿ ਇੱਥੇ ਨਾ ਲੱਖਾਂ ਦੀ ਗਿਣਤੀ 'ਚ ਇਕੱਠ ਹੁੰਦਾ, ਐਤਕੀ ਅਸੀਂ ਕੋਵਿਡ-19 ਦਾ ਕਰਕੇ ਮੇਲਾ ਨਹੀਂ ਕਰਾ ਰਹੇ, ਪਰ ਲੋਕਾਂ ਦੀ ਸ਼ਰਧਾ ਉਹ ਮੱਥਾ ਟੇਕਣ ਆ ਰਹੇ ਆ। ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਵੀ ਲੈ ਕੇ ਦੇਤਾ, ਅਖਬਾਰਾਂ 'ਚ ਵੀ ਦੇਤਾ ਵੀ ਐਤਕੀ ਅਸੀਂ ਮੇਲਾ ਜਿਹੜਾ ਬਾਬਾ ਦਾ ਬਰਸੀ ਤੇ ਮੇਲਾ ਲੱਗਦਾ ਉਹ ਨਹੀਂ ਕਰਾ ਰਹੇ, ਤੇ ਪਰ ਲੋਕਾਂ ਦੀ ਸ਼ਰਧਾ ਉਹ ਨਹੀਂ ਰੋਕ ਰਹੇ। ਫਿਰ ਵੀ ਅਸੀਂ ਜਿੰਨਾ ਕੁ ਸਾਤੋਂ ਪ੍ਰਬੰਧ ਹੋਇਆ ਸੈਨੀਟਾਈਜ਼ਰ ਵਗੈਰਾ ਮਾਸਕ ਲਗਾ ਕੇ ਮੱਥਾ ਟਿਕਾ ਰਹੇ ਹਾਂ, ਜਿੰਨੀ ਕੁ ਵੀ ਮਾੜੀ ਮੋਟੀ ਸੰਗਤ ਆਈ ਆ। ਅੱਗੇ ਤਾਂ ਲੱਖਾਂ ਦੀ ਗਿਣਤੀ 'ਚ ਆਉਂਦਾ, ਕੋਵਿਡ ਦੀਆਂ ਐਤਕੀ ਸਰਕਾਰ ਦੀਆਂ ਹਦਾਇਤਾਂ ਵਾ ਉਹ ਅਸੀਂ ਮੰਨਦੇ ਹੋਏ ਵੀ ਇਕੱਠ ਬਰਸੀ ਨਾ ਮਨਾਉਣ ਦਾ ਫੈਸਲਾ ਕੀਤਾ। ਕੀ ਨਾਮ ਆ? ਮੋਨੂ। ਬੋਲੋ ਕਿੰਨੇ ਸਾਲਾਂ ਤੋਂ ਆਉਣਾ ਇੱਥੇ ਤੂੰ? ਇਹ 3-4 ਦੇਖੇ ਕੀ ਕਰਦਾ ਹੁਣ ਇਸ ਵੇਲੇ ਅੱਜ ਇੱਥੇ ਮੇਲੇ ਤੇ? ਜਾਂ ਗਲਾਸ ਤੇ ਵੇਚਦੀ, ਪਕੌੜੀਆਂ ਵੇਚਦੀ। ਤੇ ਕਿੰਨੇ ਰੁਪਏ ਦਾ ਗਲਾਸ ਵੇਚਦਾ ਇੱਕ ਪੰਜਾ ਦਾ ਜੀ। ਇੱਕ ਪੰਜਾਂ ਦਾ? ਤੇ ਕਿੰਨੇ ਕੁ ਲੋਕ ਇੱਥੋਂ ਲੈ ਗਏ ਹੁਣ? ਜੀ ਵਾਧੂ ਲੈ ਕੇ। ਤੇ ਜਿਹੜਾ ਆਪਣੇ ਇਹ ਸਾਰਾ ਕੁਝ ਜਿਹੜਾ ਵੇਚਦਾ, ਤੁਹਾਡੀ ਕੋਈ ਦੁਕਾਨ ਤਕੂਨ ਇੱਥੇ ਕਿ ਕਿਤੇ ਹੋਰ ਪਿੰਡੋਂ ਆਇਆ ਵੀ 2 ਪੈਸੇ ਬਣਾ ਕੇ ਚਲੋ ਵੀ ਫਿਰ ਚਲੇ ਜਾਏਗਾ? ਇਹ ਜਗਰਾਓਂ ਆਇਆ ਜੀ। ਜਗਰਾਵਾਂ ਤੋਂ। ਤੇ ਵਧੀਆ ਇੱਥੇ ਪੈਸੇ ਵੱਟੇ ਜਾਂਦੇ ਨੇ? ਹਾਂਜੀ। ਠੀਕ ਆ। ਤੇ ਹੁਣ ਅਸੀਂ ਜਿਹੜੇ ਇੱਥੋਂ ਦੇ ਕੌਂਕੇ ਕਲਾਂ ਦੇ ਚੌਂਕੀ ਇੰਚਾਰਜ ਨੇ ਜਿਨ੍ਹਾਂ ਦੀ ਸਾਰੀ ਦੇਖ ਰੇਖ ਦੇ ਵਿੱਚ ਇਹ ਪ੍ਰਬੰਧ ਹੈ, ਉਹਨਾਂ ਤੋਂ ਪੁੱਛਦੇ ਹਾਂ ਵੀ ਕਿਸ ਤਰ੍ਹਾਂ ਲੋਕ ਕਿਸ ਤਰ੍ਹਾਂ ਮੈਨੇਜ ਕਰ ਰਹੇ ਹਨ, ਜਿਹੜੀ ਸੇਫਟੀ ਇਨਸਟਰਕਸ਼ਨਸ ਨੇ ਜਿਹੜੀਆਂ ਦਿੱਤੀਆਂ ਹੋਈਆਂ, ਔਰ ਕੀ ਪਬਲਿਕ ਇਹਨਾਂ ਦੇ ਨਾਲ ਰਾਬਤਾ ਕਰਕੇ ਪਬਲਿਕ ਕੀ ਇਹਨਾਂ ਨੂੰ ਪੂਰਾ ਭਰੋਸੇ ਵਿੱਚ ਲੈ ਕੇ ਜਾਂ ਭਰੋਸਾ ਦੇ ਰਹੀ ਹੈ ਵੀ ਅਸੀਂ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਬਾਈ ਜੀ, ਡੇਲੀ ਪੋਸਟ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਕੀ ਤੁਹਾਨੂੰ ਲੱਗਦਾ ਜੀ, ਤੁਸੀਂ ਮੇਲੇ ਵਿੱਚ ਹੁਣ ਤੁਸੀਂ ਬਾਹਰੋਂ ਵੀ ਆਏ ਹੋ, ਦੇਖ ਰਹੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜੀ ਜਿਹੜੇ ਤੁਸੀਂ ਪੁਲਿਸ ਪ੍ਰਸ਼ਾਸਨ ਕੰਨਿਓ ਕੀਤੇ ਗਏ ਆ ਔਰ ਡਾਕਟਰੀ ਕੰਨਿਓ ਕੀਤੇ ਗਏ, ਜਾਂ ਸਰਕਾਰ ਦੀਆਂ ਕੀ ਹਦਾਇਤਾਂ ਨੇ? ਅਸੀਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਰੇ ਪ੍ਰਬੰਧ ਕੀਤੇ ਹੋਏ ਹੈਗੇ। ਜਿਵੇਂ ਸਾਨੂੰ ਕਿਹਾ ਗਿਆ ਸੀ ਜ਼ਿਆਦਾ ਇਕੱਠ ਨਹੀਂ ਹੋਣ ਦੇਣਾ ਹੈਗਾ, ਅਸੀਂ ਉਸ ਹਿਸਾਬ ਨਾਲ ਪਬਲਿਕ ਨੂੰ ਵੀ ਕਿਹਾ ਵੀ ਭਾਈ ਨਹੀਂ ਤੁਸੀਂ ਇਕੱਠ ਕਰਨਾ ਹੈਗਾ। ਬਾਕੀ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਕਮੇਟੀ ਮੈਂਬਰ ਸੀਗੇ, ਇਹਨਾਂ ਨਾਲ ਮੀਟਿੰਗ ਕੀਤੀ ਸੀਗੀ, ਇਹਨਾਂ ਨੂੰ ਦੱਸਿਆ ਸੀਗਾ ਵੀ ਭਾਈ ਆਪਾਂ ਇਕੱਠ ਨਹੀਂ ਕਰਨਾ ਹੈਗਾ। ਤੇ ਇਸ ਤੋਂ ਇਲਾਵਾ ਇਹਨਾਂ ਨੇ ਅਖਬਾਰ 'ਚ ਵੀ ਦਿੱਤਾ ਸੀਗਾ ਕਿ ਇਸ ਵਾਰ ਜਿਹੜਾ ਭੰਡਾਰਾ ਵਾ ਜੋ ਸਮਾਗਮ ਹੈਗਾ ਇੱਥੇ ਇਕੱਠ ਨਹੀਂ ਹੋ ਰਿਹਾ। ਤੇ ਬਾਕੀ ਲੋਕਾਂ ਦੀ ਸਿਹਤ ਪੱਖੋਂ ਜਿਵੇਂ ਕਰੋਨਾ ਮਹਾਮਾਰੀ ਚੱਲ ਰਹੀ ਹੈਗੀ, ਆਪਾਂ ਨੇ ਪ੍ਰੋਪਰ ਸੈਨੀਟਾਈਜੇਸ਼ਨ ਦਾ ਪ੍ਰਬੰਧ ਕੀਤਾ ਸੀਗਾ। ਜਿਵੇਂ ਤੁਸੀਂ ਦੇਖੀ ਜਾਗਾ ਉੱਥੇ ਐਂਟਰੀ ਗੇਟ ਤੇ ਉੱਥੇ ਆਪਾਂ ਫੈਨ ਲਾਏ ਹੋਏ ਹੈਗੇ, ਉਹਨਾਂ ਦੇ ਵਿੱਚੋਂ ਦੀ ਸਾਰਾ ਕੁਝ ਸੈਨੀਟਾਈਜ਼ ਹੋ ਰਿਹਾ ਵਾ। ਤੇ ਬਾਕੀ ਆਪਾਂ ਜੇ ਲਾ ਐਂਡ ਆਰਡਰ ਦੇਖੀਏ ਤਾਂ ਆਪਾਂ ਸਾਰੇ ਨਾਕੇ ਲਾਏ ਹੋਏ ਹੈਗੇ, ਨਾਕਿਆਂ ਤੇ ਆਪਾਂ ਨੇ ਸਾਰਾ ਕੁਝ ਦੇਖਿਆ ਹੋਇਆ ਹੈਗਾ ਵੀ ਮੁਲਾਜ਼ਮ ਆਪਣੇ ਅਲਰਟ ਖੜੇ ਹੈਗੇ, ਜਿੱਦਾਂ ਟ੍ਰੈਫਿਕ ਵਗੈਰਾ ਕੀ ਉਹ ਸਾਰੀ ਮੇਨਟੇਨ ਕੀਤੀ ਹੋਈ ਹੈਗੀ। ਬਾਕੀ ਜਿਵੇਂ ਹੈਲਥ ਇਸ਼ੂ ਜੇ ਆਪਾਂ ਦੇਖਿਆ ਜਾਵੇ ਵੀ ਜੇ ਕਿਸੇ ਨੂੰ ਆਉਂਦਾ ਵੀ ਇਹਦੇ 'ਚ ਮੈਡੀਕਲ ਟੀਮ ਵੀ ਪੂਰੀ ਮੁਸਤੈਦ ਆ ਜੀ, ਪੂਰੀ ਮਤਲਬ ਜੇ ਕੋਈ ਕੱਲ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ, ਕਿਉਂਕਿ ਇੱਥੇ ਦੇਖ ਸੁਣਿਆ ਜਾਂਦਾ ਜੀ ਪ੍ਰਸ਼ਾਦ ਆ ਜਿਹੜਾ ਵੀ ਸ਼ਰਾਬ ਇੱਕ ਚੜਾਈ ਜਾਂਦੀ ਹੈ, ਚਲੋ ਲੋਕਾਂ ਦੀ ਆਸਥਾ ਜੀ ਉਹਦੇ 'ਚ ਵੀ ਪ੍ਰਸ਼ਾਦ ਉਹ ਉਹਨਾਂ ਨੂੰ ਪ੍ਰਸ਼ਾਦ ਹੀ ਕਰਦੇ ਆ, ਪਰ ਜੇ ਦੇਖਿਆ ਜਾਵੇ ਕਿਤੇ ਨਾ ਕਿਤੇ ਨਸ਼ਾ ਵੀ ਹੈ ਵੀ ਇਸ ਸੰਬੰਧੀ ਕੀ ਆਪਣੀ ਜਿਹੜੀ ਦੇਖੋ ਜੀ, ਜੋ ਇਹ ਸ਼ਰਾਬ ਦੇ ਰੂਪ 'ਚ ਪ੍ਰਸ਼ਾਦ ਦਿੰਦੇ ਹੈਗੇ ਇਸ ਵਾਰ ਉਹ ਨਹੀਂ ਹੈਗਾ। ਤਾਂ ਆਪਾਂ ਉਹ ਪਹਿਲਾਂ ਇਹਨਾਂ ਨਾਲ ਮੀਟਿੰਗ ਕਰਕੇ ਕਮੇਟੀ ਮੈਂਬਰਾਂ ਨੇ ਬੰਦ ਕਰਤਾ ਸੀਗਾ। ਇਸ ਵਾਰ ਆਪਾਂ ਪ੍ਰਸ਼ਾਦ ਦੇ ਰੂਪ 'ਚ ਜਾਂ ਪਕੌੜੇ ਵਗੈਰਾ ਹਨਾ ਖਿੱਲਾਂ ਵਗੈਰਾ ਹੋ ਗਈਆਂ, ਐਦਾਂ ਚੀਜ਼ਾਂ ਦੇ ਰਹੇ ਹਾਂਗੇ। ਸ਼ਰਾਬ ਆਪਣੀ ਬੰਦ ਹੈਗੀ। ਵੀ ਜੇ ਕੋਈ ਚੜਾਉਣ ਵੀ ਆਉਂਦਾ, ਜਿਵੇਂ ਇੱਥੇ ਅਨਾਉਂਸਮੈਂਟ ਹੋ ਰਹੀ ਹੈ ਵੀ ਉਹ ਆਪਣਾ ਇੱਥੇ ਵਰਤਾਉਣੀ ਨਹੀਂ ਹੈ, ਆਪਦਾ ਘਰੇ ਲੈ ਜਾਓ ਜਾਂ ਕਰੋ, ਵੀ ਮਤਲਬ ਪੂਰਨ ਤੌਰ ਤੇ ਬੰਦ ਕੀਤੀ ਹੈ ਜੀ? ਹਾਂਜੀ, ਪੂਰਨ ਤੌਰ ਤੇ ਬੰਦ ਆ। ਤੇ ਇਹਨਾਂ ਨੂੰ ਇਹ ਕਿਹਾ ਹੋਇਆ ਕਿ ਵੀ ਜੇ ਚੜਾਉਣੀ ਹੈਗੀ, ਆਪਾਂ ਦੇਖੋ ਲੋਕਾਂ ਦੀ ਸ਼ਰਧਾ ਹੈਗੀ, ਆਪਾਂ ਨੂੰ ਨਹੀਂ ਰੋਕ ਸਕਦੇ ਹੈਗੇ, ਉਹ ਇੱਥੇ ਸਟੋਰ ਕਰਕੇ ਰੱਖ ਸਕਦੇ ਹੈਗੇ ਜੀ। ਜਿਹੜੇ ਕਮੇਟੀ ਮੈਂਬਰ ਨੇਗੇ ਇਹ ਆਪਦੇ ਕੋਲ ਸਟੋਰ ਕਰਕੇ ਰੱਖ ਸਕਦੇ ਹੈਗੇ, ਬਟ ਵਰਤਾਉਣਗੇ ਨਹੀਂ। ਤੇ
ਜਿਵੇਂ ਆਪਾਂ ਦੇਖਿਆ ਜਾਂਦਾ ਜੀ, ਜਿਵੇਂ ਆਮ ਤੌਰ ਤੇ ਲੋਕੀ ਤੁਹਾਨੂੰ ਪਤਾ ਇਕੱਠ ਵਗੈਰਾ ਕਰਦੇ ਆ ਦੂਜਾ, ਪਰ ਅਸੀਂ ਦੇਖਿਆ ਵੀ ਇੱਥੇ ਪੂਰਾ ਤੁਸੀਂ ਉਹਨਾਂ ਨੂੰ ਅਵੇਅਰ ਕੀਤਾ ਹੋਇਆ ਵੀ ਇਕੱਠ ਨਹੀਂ ਹੋਣਾ ਚਾਹੀਦਾ, ਵੀ ਲਾਈਨ ਦੇ ਵਿੱਚ ਚੱਲ ਕੇ ਆਉਣਾ ਚਾਹੀਦਾ, ਪਰ ਉਹਦੇ ਬਾਵਜੂਦ ਵੀ ਜਿਵੇਂ ਕਈ ਲੋਕ ਨਹੀਂ ਮੰਨਦੇ, ਕੁਝ ਹੁੰਦੇ ਆ ਤੁਹਾਨੂੰ ਪਤਾ, ਕੁਝ ਵਿਅਕਤੀ ਇਹੋ ਜਿਹੇ, ਉਹੋ ਜਿਹਾ ਕੋਈ ਆਪਾਂ ਨੂੰ ਵਿਅਕਤੀ ਇੱਥੇ ਟੱਕਰਿਆ ਵੀ ਜਿਹੜਾ ਧੱਕਾ ਕਰਨ ਵਾਲਾ ਨਹੀਂ ਅਸੀਂ ਜਾਵਾਂਗੇ ਇਦਾਂ ਟਾਈਪ ਕੁਝ? ਨਹੀਂ ਦੇਖੋ, ਕੁਝ ਲੋਕ ਹੁੰਦੇ ਹੈਗੇ ਜੋ ਧੱਕਾ ਕਰਦੇ ਹੈਗੇ, ਫਿਰ ਆਪਾਂ ਨੂੰ ਪਿਆਰ ਨਾਲ ਸਮਝਾ ਲੈਂਦੇ ਆਂਗੇ ਜੀ, ਠੀਕ ਹੈ। ਪੁਲਿਸ ਦਾ ਕੰਮ ਹੀ ਇਹ ਹੈਗਾ। ਵੈਸੇ ਤਾਂ ਹਾਲ ਦੀ ਘੜੀ ਸਾਨੂੰ ਕੋਈ ਆਇਆ ਨਹੀਂ ਹੈਗਾ, ਇਹੋ ਜਿਹੀ ਗੱਲਬਾਤ ਹੋਈ ਨਹੀਂ ਹੈਗੀ, ਸਾਰਾ ਕੁਝ ਸ਼ਾਂਤਮਈ ਤਰੀਕੇ ਨਾਲ ਹੀ ਹੋ ਰਿਹਾ ਹੈਗਾ। ਤੇ ਇਹ ਕਿੰਨੇ ਵਜੇ ਤੱਕ ਦੀ ਪਰਮਿਸ਼ਨ ਹੈ ਜੀ ਇਹਨਾਂ ਕੋਲੇ, ਕਿੰਨੇ ਵਜੇ ਤੱਕ ਚੱਲਣੀ? ਇਹ ਸਾਨੂੰ ਸ਼ਾਮ ਦੇ 6 ਵਜੇ ਤੱਕ ਕਹਿ ਰਹੇ ਹੈਗੇ, ਕਹਿੰਦੇ 6 ਵਜੇ ਤੱਕ ਕਹਿੰਦੇ ਸਾਡਾ ਖਤਮ ਹੋ ਜਾਣਾ ਵਾ। ਪਰ ਜਿਵੇਂ ਤੁਸੀਂ ਇਹਦੇ ਵਿੱਚ ਜਿਵੇਂ ਭਾਗ ਲੈ ਰਹੇ ਹੋ, ਜਿਵੇਂ ਪਿਛਲੇ ਸਾਲਾਂ ਨੂੰ ਆਪਾਂ ਦੇਖਿਆ ਜਾਵੇ ਉਹਦੇ ਤੇ ਅੱਜ ਦੇ ਸਾਲ 'ਚ ਕਿੰਨਾ ਕੁ ਤੁਹਾਨੂੰ ਫਰਕ ਲੱਗ ਰਿਹਾ ਵਾ? ਦੇਖੋ ਜਿੱਦਾਂ ਮੈਂ ਸੁਣਿਆ ਵਾ, ਮੇਰਾ ਵੀ ਇਸ ਵਾਰ ਪਹਿਲੀ ਵਾਰ ਹੈਗਾ ਇਹ ਇੱਥੇ। ਇਹ ਪਹਿਲਾਂ ਕਹਿੰਦੇ ਸੀ, ਕਹਿੰਦੇ ਸਾਡਾ ਲੱਖ ਕੁ ਬੰਦਾ ਹੁੰਦਾ ਸੀ, ਇੰਨਾ ਇਕੱਠ ਹੋ ਜਾਂਦਾ ਸੀ ਸਾਡਾ। ਪਰ ਅੱਜ ਤਾਂ ਦੇਖਿਆ ਜਾਵੇ ਹਜ਼ਾਰਾਂ 'ਚ ਵੀ ਹੈ ਨਹੀਂ। ਹਾਂਜੀ ਹਾਂ, ਪਰ ਹੁਣ ਜਿੱਦਾਂ ਕਰੋਨਾ ਕਰਕੇ ਕਹਿ ਲਓ, ਜਾਂ ਲੋਕਾਂ ਨੂੰ ਇਹਨਾਂ ਨੇ ਪਹਿਲਾਂ ਹੀ ਅਵੇਅਰ ਕਰਤਾ ਕਿ ਇਹ ਬੰਦ ਹੈਗਾ, ਇਦਾਂ ਕਹਿ ਲਓ ਵੀ ਇਹ ਨਹੀਂ ਹੋ ਰਿਹਾ ਇਸ ਵਾਰ, ਇਕੱਠ ਬਹੁਤ ਘੱਟ ਹੈਗਾ। ਮਤਲਬ ਜੇ ਆਪਾਂ ਦੇਖਿਆ ਜਾਵੇ ਵੀ ਬਾਬੇ ਦੇ ਜੇ ਆਪਾਂ ਦਰਸ਼ਨ ਕਰਨ ਦੇ ਨਾਲ ਨਾਲ ਕਿਤੇ ਨਾ ਕਿਤੇ ਵੀ ਆਪਾਂ ਜਿਹੜੀਆਂ ਸਹੂਲਤਾਂ ਨੇ ਜਾਂ ਸੇਫਟੀ ਇੰਸਟਰਕਸ਼ਨ ਨੇ ਉਹਨੂੰ ਵੀ ਆਪਾਂ ਪੂਰੀ ਪ੍ਰੋਪਰ ਫੋਲੋ ਕਰ ਰਹੇ ਆ ਜੀ ਲੋਕ? ਹਾਂਜੀ ਹਾਂਜੀ ਹਾਂ, ਲੋਕ ਵੀ ਫੋਲੋ ਕਰ ਰਹੇ ਹੈਗੇ, ਤੇ ਇਹਨਾਂ ਨੇ ਜਿੱਦਾਂ ਪ੍ਰਬੰਧ ਵੀ ਵਧੀਆ ਕਮੇਟੀ ਮੈਂਬਰਾਂ ਨੇ ਕੀਤੇ ਹੋਏ ਹੈਗੇ, ਕੋਈ ਇਹ ਨਹੀਂ ਹੈਗਾ ਵੀ ਹਾਂ ਹਨਾ ਕੱਚਾ ਕੰਮ ਹੈਗਾ, ਵਧੀਆ ਕੀਤਾ ਹੋਇਆ ਸਾਰਾ ਕੁਝ ਇਹਨਾਂ ਨੇ, ਜਿੱਦਾਂ ਸਰਕਾਰ ਦੀਆਂ ਹਦਾਇਤਾਂ ਸੀਗੀਆਂ ਉਹਦੇ ਅਕੋਰਡਿੰਗ ਸਾਰਾ ਕੁਝ ਸਹੀ ਕੀਤਾ ਗਾ। ਤੁਸੀਂ ਜਿਹੜਾ ਇਹ ਅੱਜ ਮੇਲਾ ਲੱਗਿਆ ਹੋਇਆ ਹੈ ਬਾਬਾ ਜੀ ਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਔਰ ਤੁਹਾਡੀ ਦੁਕਾਨ ਵੀ ਇਸ ਪਿੰਡ ਦੇ ਵਿੱਚ ਆ, ਕਾਫੀ ਮਸ਼ਹੂਰ ਆ ਰਾਜਨ ਸਵੀਟ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਆ ਮੇਲੇ ਅੱਗੇ ਬਹੁਤ ਭਰਦਾ ਹੁੰਦਾ ਸੀ ਮੇਲਾ ਬਾਬਾ ਰੋਡੂ ਜੀ ਦਾ, ਤੇ ਐਤਕੀ ਇਕੱਠ ਇੰਨਾ ਨਹੀਂ ਹੋਇਆ, ਤੇ ਦੁਕਾਨਾਂ ਬੰਦ ਸੀਗੀਆਂ ਕਰੋਨਾ ਵਾਇਰਸ ਕਰਕੇ, ਤੇ ਇਸ ਕਰਕੇ ਦੁਕਾਨਾਂ ਨੂੰ ਬਹੁਤ ਲੋਸ ਹੋਇਆ ਵਾ। ਤੇ ਆਪਾਂ ਇਹ ਚਾਹੁੰਦੇ ਕਿ ਸਰਕਾਰ ਦੁਕਾਨਾਂ ਖੋਲ੍ਹੇ ਕਿ ਸਾਡੇ ਰੋਜ਼ਗਾਰ ਵਧੇਗੀ। ਤੇ ਅੱਗੇ ਜਿਵੇਂ ਤੁਸੀਂ ਪਿਛਲੇ ਜਿਵੇਂ ਇੱਥੇ ਤੁਸੀਂ ਇਲਾਕੇ ਦੇ ਹੋ ਔਰ ਤੁਸੀਂ ਕਾਫੀ ਵਾਰੀ ਦੇਖਿਆ ਹੋਣਾ ਬਾਬਾ ਜੀ ਦਾ ਮੇਲਾ, ਅੱਗੇ ਰੌਣਕਾਂ ਪੂਰੀਆਂ ਲੱਗੀਆਂ ਨੇ, ਥੋੜੀ ਦੁਕਾਨ ਵਗੈਰਾ ਖੁੱਲ੍ਹ ਕੇ ਸਾਰਾ ਕੁਝ ਹੁੰਦਾ ਸੀ? ਹਾਂਜੀ, ਅੱਗੇ ਬਹੁਤ ਰੌਣਕਾਂ ਸੀ, ਸਾਰਾ ਭਰਿਆ ਰਹਿੰਦਾ ਸੀ ਸੜਕ ਜੀ। ਹੁਣ ਐਤਕੀ ਰਸ਼ ਘੱਟ ਆਈ, ਮੇਲਾ ਇੰਨਾ ਨਹੀਂ ਲੱਗੀ, ਬੰਦੇ ਘੱਟ ਆਈ ਜਾਂਦੇ। ਤੇ ਤੁਸੀਂ ਦੱਸੋ ਜੀ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਆਹ ਦੇਖੋ ਤੁਹਾਡੇ ਸਾਹਮਣੇ ਦੁਕਾਨਾਂ ਬੰਦ ਪਈਆਂ ਹੈ ਨਾ, ਤੇ ਕੀ ਕਰੂੰਗੇ ਹੁਣ? ਆਹ ਸਰਕਾਰ ਵੀ ਸੋਚੇ ਆਪਣੇ ਬਾਰੇ ਮਾੜਾ ਮੋਟਾ ਕਿ ਨਹੀਂ, ਤੇ ਹੁਣ ਜੇ ਐਂ ਹੀ ਚੱਲਦਾ ਰਿਹਾ ਫਿਰ ਤਾਂ ਦੁਕਾਨਦਾਰ ਸਾਰੇ ਬੇਰੁਜ਼ਗਾਰ ਹੋ ਜਾਣਗੇ। ਪਰ ਸਰਕਾਰ ਐਂ ਕਹਿੰਦੀ ਹੈ ਜੀ ਜਿਵੇਂ ਬਿਮਾਰੀ ਨੂੰ ਲੈ ਕੇ ਵੀ ਬਿਮਾਰੀ ਕਰਕੇ ਇਹ ਸਾਰਾ ਕੁਝ ਕੀਤਾ ਗਿਆ, ਉਹਦੇ ਬਾਰੇ ਮਤਲਬ ਜੇ ਦੇਖਿਆ ਜਾਵੇ ਇੱਕ ਪਾਸੇ ਉਧਰੋਂ ਤਾਂ ਚੰਗਾ, ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਵੀ ਇਹਦੇ 'ਚ ਲੱਤ ਵੀ ਵੱਜਦੀ ਹੈ ਕਿਸੇ ਢਿੱਡ ਤੇ, ਕਿਉਂਕਿ ਤੁਸੀਂ ਵੀ ਰੋਟੀ ਪਾਣੀ ਆ। ਹਾਂਜੀ, ਗਰੀਬ ਬੰਦਾ ਉਹੀ ਮਾਰਿਆ ਜਾਊਗਾ ਜੀ ਨਾ, ਜਿਹੜਾ ਤਕੜਾ ਬੰਦਾ ਉਹਦਾ ਕੁਝ ਨਹੀਂ ਹੋਣਾ। ਜਿਹੜਾ ਗਰੀਬ ਹੁਣ ਦੁਕਾਨਦਾਰ ਆ, ਦੁਕਾਨ ਦਾ ਕਿਰਾਇਆ ਆ ਗਿਆ, ਬਿਜਲੀ ਦਾ ਬਿੱਲ ਆ ਗਿਆ, ਲੇਬਰ ਕੰਮ ਕਰਦੀ ਆ, ਉਹਦੀ ਤਨਖਾਹ ਦੇਣੀ ਆ, ਦੁਕਾਨਾਂ ਬੰਦ ਪਈਆਂ ਤਾਂ ਕਿੱਥੋਂ ਦੇਵਾਂਗੇ ਅਸੀਂ? ਅਕਸਰ ਦੁਕਾਨ ਖੋਲਾਂਗੇ ਫੇਰ ਹੀ ਦੇਵਾਂਗੇ ਨਾ। ਆਹ ਗੱਲਾਂ ਬਹੁਤ ਲੋਸ ਆ ਜੀ, ਬਹੁਤ ਜ਼ਿਆਦਾ। ਸਰਕਾਰ ਨੂੰ ਕੁਝ ਨਾ ਕੁਝ ਤੁਹਾਡੇ ਹਿਸਾਬ ਨਾਲ ਵੀ ਸੋਚਣਾ ਚਾਹੀਦਾ। ਹਾਂ ਬਿਲਕੁਲ ਸੋਚਣਾ ਚਾਹੀਦਾ ਜੀ। ਹੁਣ ਕੈਪਟਨ ਸਾਹਿਬ ਉੱਥੇ ਬੈਠੇ ਆ, ਦੁਕਾਨਾਂ ਤੇ ਬੰਦ ਪਈਆਂ, ਸ਼ਨੀਵਾਰ ਵੀ ਐਤਵਾਰ ਵੀ ਦੁਕਾਨ ਦੇ ਕਿਰਾਏ ਪਲੱਸ ਪਏ ਨੇ, ਬਿਜਲੀ ਦੇ ਬਿੱਲ ਪਏ ਨੇ, ਲੇਬਰ ਪਈ ਜਾਂਦੀ ਆ, ਅਸੀਂ ਕਿੱਥੋਂ ਦੇਵਾਂਗੇ? ਅਸੀਂ ਤਾਂ ਬਹੁਤ ਲੋਸ ਜਾਈ ਜਾਂਦੇ ਆ ਜੀ। ਸੋ ਜਿੱਦਾਂ ਤੁਸੀਂ ਦੇਖਿਆ ਵੀ ਅਸੀਂ ਜਿਹੜੇ ਬਾਬਾ ਜੀ ਰੋਡੂ ਜੀ ਦੇ ਸ਼ਰਧਾਲੂ ਨੇ, ਕਿਸ ਤਰ੍ਹਾਂ ਇੱਥੇ ਬਾਬਾ ਜੀ ਨਤਮਸਤਕ ਹੋਏ ਨੇ, ਆਪਣੇ ਆਪ ਨੂੰ ਮੱਥਾ ਟੇਕਿਆ, ਔਰ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਕੰਨਿਓ ਜੋ ਉਹਨਾਂ ਦੀਆਂ ਸ਼ਰਧਾਵਾਂ ਸੀਗੀਆਂ, ਜੋ ਉਹਨਾਂ ਨੇ ਆਪਣੇ ਕੰਨਿਓ ਅਰਦਾਸ ਕੀਤੀ ਹੋਈ ਸੀ, ਉਹਨਾਂ ਦੀ ਪੂਰੀ ਹੋਈ। ਉਸੇ ਤਰੀਕੇ ਨਾਲ ਉਹਨਾਂ ਨੇ ਆਪਣਾ ਪ੍ਰਸ਼ਾਦ ਇੱਥੇ ਚੜਾਇਆ, ਮੱਥਾ ਟੇਕਿਆ, ਔਰ ਆਪਣੇ ਆਪਣੇ ਘਰਾਂ ਨੂੰ ਗਏ ਨੇ। ਔਰ ਉਸੇ ਤਰ੍ਹਾਂ ਹੀ ਪੁਲਿਸ ਪ੍ਰਸ਼ਾਸਨ ਹੋਵੇ, ਚਾਹੇ ਪ੍ਰਬੰਧਕ ਕਮੇਟੀ ਹੋਵੇ, ਚਾਹੇ ਸ਼ਰਧਾਲੂ ਹੋਣ, ਉਹਨਾਂ ਨੇ ਆਪਣੇ ਕੰਨਿਓ ਜੋ ਸੰਗਤਾਂ ਇੱਥੇ ਬਾਬਾ ਜੀ ਦੇ ਦਰਸ਼ਨ ਕਰਨ ਆਈਆਂ, ਜੋ ਮੱਥਾ ਟੇਕਣ ਆਈਆਂ, ਉਹਦੇ ਵਿੱਚ ਉਹਨਾਂ ਦੀਆਂ ਭਾਵਨਾਵਾਂ ਦੇਖੀਆਂ ਬਣਦੀਆਂ ਸਨ। ਉਤੋਂ ਦੀ ਜੇ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇਖੇ ਜਾਣ, ਉਹ ਵੀ ਬੜੇ ਦੇਖਦੇ ਹੀ ਬਣਦੇ ਸੀ ਵੀ ਕਿਸ ਤਰ੍ਹਾਂ ਉਹਨਾਂ ਨੇ ਸੈਨਾਟਾਈਜ਼ਰ ਹੋ ਗਏ, ਮਾਸਕ ਹੋ ਗਏ, ਕਿਸ ਤਰ੍ਹਾਂ ਉਹਨਾਂ ਨੇ ਵੰਡੇ, ਔਰ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕੀਤਾ ਵੀ ਇਸ ਕੋਵਿਡ-19 ਦੇ ਵਿੱਚ ਕਿਸ ਤਰ੍ਹਾਂ ਉਹ ਦੂਰੀ ਬਣਾ ਕੇ ਰੱਖਣ, ਔਰ ਕਿਸ ਤਰ੍ਹਾਂ ਜੇ ਮੱਥਾ ਟੇਕਣ ਵੀ ਆਏ ਆ ਤੇ ਇੱਥੇ ਪ੍ਰਸ਼ਾਦ ਦੇ ਤੌਰ ਤੇ ਜੋ ਸ਼ਰਾਬ ਚੜਾਈ ਜਾਂਦੀ ਹੈ ਉਸ ਨੂੰ ਇੱਥੇ ਸੇਵਨ ਨਾ ਕੀਤਾ ਜਾਵੇ, ਜਾਂ ਇੱਥੇ ਜਮ੍ਹਾਂ ਕਰਾਓ, ਜਾਂ ਤੁਸੀਂ ਆਪਣੇ ਘਰੇ ਲੈ ਜਾਓ। ਕਿਉਂਕਿ ਨਾਰਮਲ ਤੌਰ ਤੇ ਜੇ ਪਿਛਲੇ ਸਾਲਾਂ ਦਾ ਆਪਾਂ ਦੇਖਿਆ ਜਾਵੇ, ਉਹ ਸ਼ਰਾਬ ਇੱਥੇ ਜਦੋਂ ਮੱਥਾ ਟੇਕ ਕੇ ਭੋਗ ਲੱਗ ਜਾਂਦਾ ਸੀ, ਉਹਦੇ ਬਾਅਦ ਚ ਲੋਕਾਂ ਵਿੱਚ ਵਰਤਾਈ ਜਾਂਦੀ ਸੀ ਔਰ ਬਾਹਰ ਸੰਗਤਾਂ 'ਚ ਵਰਤਾਈ ਜਾਂਦੀ ਸੀ। ਸੋ ਕਿਤੇ ਨਾ ਕਿਤੇ ਇਸ ਦਾ ਖਿਆਲ ਰੱਖਿਆ ਗਿਆ ਹੈ। ਸੋ ਕੈਮਰਾਮੈਨ ਦਿਲਪ੍ਰੀਤ ਸਿੰਘ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ, ਕੌਂਕੇ, ਜਗਰਾਉਂ।